नानक तिस जन को सदा नमस्कार। आप मुक्त मुक्त करे संसार। नानक तिस जन को सदा नमस्कार। कुंभै बद्धा जल रहै, जल बिन कुंभ न होए। ज्ञान का बद्धा मन रहै, गुर बिन ज्ञान न होए। कवन वडाई कह सकूं, बेअंत गुणीता। कर कृपा मोहि नाम देहो, नानक दर सरीता। कर कृपा मोहि नाम देहो, नानक दर सरीता। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु धन गुरु ग्रंथ साहिब जी महाराज जियां दी पावन और पवित्र हजूरी विखे जुड़ बैठी गुरु रूप साध संगत। सतगुरां ने बेअंत रहमतां बख्शिशां कीतियां हन। सत संगत दियां घड़ियां बख्शियां, गुरबाणी कीर्तन दा लाहा लैंदे होए इन्हां घड़ियां नूं आप जी सकारथ बना रहे सी। आओ इसे तरह कुछ समा होर वड्डे दियां वडियाइयां च जुड़िए, कथा विचारां दी सांझ पाईए। नौवें पातशाह तिलक जंजू दे राखे धर्म दी चादर सतगुरु धन गुरु तेग बहादुर जी महाराज, जिन्हां दा पावन 400 साला प्रकाश दिहाड़ा 1 मई नूं आ रहा है और समुचे संसार दियां सिख संगतां वख वख रूपां च सतगुरां दे इस दिन नूं मुख रखदे होए गुरु महाराज जी दे नाल जुड़ रहीआं हन। सो सतगुरु सच्चे पातशाह जी नूं शरदा दे फुੱਲ भेंट करदे होए आपां भी गुरु तेग बहादुर महाराज जी दियां वडियाइयां दी विचार दी सांझ पाउणी है। अज भी सांझ पावांगे, अगले दिनां दे दीवानां च भी गुरु तेग बहादुर महाराज जी दे दर्शन दीदार करांगे। सो विचारां दी आरंभता करिए। सब तो पहलां सरबंस दानी अमृत दे दाते साहिबे कमाल गुरु गोबिंद सिंह साहिब जी वल्लों बख्शिश कीती हुई फतेह अदब सहित प्रवान करो। प्यार सत्कार सहित आखो जी वाहिगुरु जी का खालसा वाहिगुरु जी की फतेह। धन गुरु तेग बहादुर जी महाराज जी का पावन प्रकाश सन 1621 च श्री ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਹ ਪਾਵਨ ਅਸਥਾਨ ਹੈ ਗੁਰੂ ਕੇ ਮਹਿਲ। ਅੰਮ੍ਰਿਤਸਰ ਸਾਹਿਬ ਨਗਰ ਗੁਰੂ ਰਾਮਦਾਸ महाराज सच्चे पातशाह जी ने वसाया और इस नगर का पहला नाम भी गुरु का ਚੱਕ ते रामदासपुरा सी। उदों बाद नाम ਅੰਮ੍ਰਿਤਸਰ पिया। अज आपां श्री ਅੰਮ੍ਰਿਤਸਰ साहिब के नाम के नाल उन्हां नूं उस नगर नूं जाणदे हां। ये जदों नगर गुरु रामदास महाराज जी ने वसाया
ਸਭ ਤੋਂ ਪਹਿਲੇ ਨੰਬਰ ਤੇ ਗੁਰੂ ਕੇ ਮਹਿਲ ਵਾਲੇ ਪਾਵਨ ਅਸਥਾਨਾਂ ਦੀ ਉਸਾਰੀ ਹੋਈ ਹੈ। ਇਹ ਅਸਥਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਿਹਾਇਸ਼ ਹੈ। ਆਪਾਂ ਅੰਮ੍ਰਿਤਸਰ ਸਾਹਿਬ ਜਦੋਂ ਜਾਂਦੇ ਹਾਂ, ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਇਹ ਪਾਵਨ ਅਸਥਾਨ ਹੈ ਗੁਰੂ ਕੇ ਮਹਿਲ, ਮਾਈ ਸੇਵਾ ਬਾਜ਼ਾਰ ਦੇ ਬਿਲਕੁਲ ਸਾਹਮਣੇ। ਗੁਰੂ ਰਾਮਦਾਸ ਮਹਾਰਾਜ ਜਿੰਨੀ ਦੇਰ ਅੰਮ੍ਰਿਤਸਰ ਸਾਹਿਬ ਰਹੇ, ਇਸੇ ਘਰ ਵਿਖੇ ਗੁਰੂ ਕੇ ਮਹਿਲ ਵਾਲੇ ਅਸਥਾਨ ਵਿਖੇ ਉਹ ਰਹਿੰਦੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਵੀ ਸਤਿਗੁਰਾਂ ਦੀ ਨਿੱਜੀ ਰਿਹਾਇਸ਼ ਗੁਰੂ ਕੇ ਮਹਿਲ ਸਨ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਵੀ ਜਿੰਨੀ ਦੇਰ ਅੰਮ੍ਰਿਤਸਰ ਸਾਹਿਬ ਰਹੇ, ਇਸੇ ਜਗ੍ਹਾ ਤੇ ਰਹੇ ਗੁਰੂ ਕੇ ਮਹਿਲ। ਇਹਦਾ ਮਹਿਲ ਦਾ ਭਾਵ ਹੀ ਇਹ ਹੈ ਰਿਹਾਇਸ਼, ਸਤਿਗੁਰਾਂ ਦੀ ਰਿਹਾਇਸ਼। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 ਚ ਹੋਇਆ। ਇਤਿਹਾਸਕਾਰ ਇਹ ਲਿਖਦੇ ਹਨ ਕਿ ਆਪ ਜੀ ਦਾ ਜਿਹੜਾ ਪਹਿਲਾ ਨਾਮ ਸੀ ਉਹ ਮਹਾਰਾਜ ਨੇ ਤਿਆਗਮਲ ਰੱਖਿਆ ਸੀ। ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਭਾਅ ਬੜਾ ਪਰਉਪਕਾਰੀ ਰਿਹਾ ਹੈ। ਇੱਕ ਬਚਨ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਥਾਏ ਪੜ੍ਹਦੇ ਹਾਂ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇੱਕ ਪਾਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੁੱਚੇ ਜੀਵਨ ਨੂੰ ਸਾਹਮਣੇ ਰੱਖ ਕੇ ਵੇਖੀਏ, ਇੱਕ ਪਾਸੇ ਅਰਦਾਸ ਦੇ ਇਹਨਾਂ ਬੋਲਾਂ ਨੂੰ ਵੇਖੀਏ, ਤੇ ਇਹ ਅਰਦਾਸ ਦੇ ਬੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦਾ ਨਿਚੋੜ ਹਨ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਇਹਨਾਂ ਬਚਨਾਂ ਦੀ ਵਿਆਖਿਆ ਹੈ। ਇਹ ਸੱਚ ਹੈ ਕਿ ਜਿੱਥੇ ਜਿੱਥੇ ਵੀ ਕਿਸੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਰਾਧਿਆ ਸਤਿਗੁਰੂ ਉੱਥੇ ਸਹਾਈ ਹੋਏ ਹਨ। ਆਪਾਂ ਜਿਵੇਂ ਅੱਗੇ ਇਤਿਹਾਸ ਦੀ ਵਿਚਾਰ ਕਰਾਂਗੇ, ਨਾਲ ਦੀ ਨਾਲ ਇਹ ਵੇਖਾਂਗੇ। ਭਾਵੇਂ ਉਹ ਮੱਖਣ ਸ਼ਾਹ ਲੁਬਾਣਾ ਜੀ ਨੇ ਸਤਿਗੁਰਾਂ ਨੂੰ ਅਰਾਧਿਆ, ਮਹਾਰਾਜ ਸਹਾਈ ਹੋਏ। ਉਹ ਭਾਵੇਂ ਭਾਈ ਫੇਰੂ ਨੇ ਸਤਿਗੁਰਾਂ ਨੂੰ ਅਰਾਧਿਆ, ਮਹਾਰਾਜ ਸਹਾਈ ਹੋਏ। ਕਸ਼ਮੀਰੀ ਪੰਡਤਾਂ ਨੇ ਆ ਕੇ ਸਤਿਗੁਰਾਂ ਨੂੰ ਅਰਾਧਿਆ, ਮਹਾਰਾਜ ਸਹਾਈ ਹੋਏ। ਬਚਪਨ ਤੋਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਬੜਾ ਪਰਉਪਕਾਰੀ ਰਿਹਾ ਹੈ। ਦੂਜੇ ਦੇ ਦੁੱਖ ਨੂੰ ਉਹਨਾਂ ਨੇ ਆਪਣਾ ਦੁੱਖ ਕਰਕੇ ਜਾਣਿਆ ਹੈ। ਇਤਿਹਾਸ ਕਹਿੰਦਾ ਬੜੇ ਛੋਟੇ ਸਨ ਗੁਰੂ ਤੇਗ ਬਹਾਦਰ ਮਹਾਰਾਜ, ਤੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਕਾਰਜ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਹਨ ਤੇ ਇੱਕ ਧੀ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਤੇਗ ਬਹਾਦਰ ਸਾਹਿਬ। ਇਹ 5 ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹਨ। ਤੇ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਧੀ ਹੈ। ਇੱਦਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕੁੱਲ 6 ਭੈਣ ਭਰਾ ਹਨ। ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ, ਤੇ ਜਿਵੇਂ ਅਕਸਰ ਵਿਆਹਾਂ ਸ਼ਾਦੀਆਂ ਤੇ ਨਵੇਂ ਕੱਪੜੇ ਸਵਾਏ ਜਾਂਦੇ ਹਨ, ਉਚੇਚੇ ਤੌਰ ਤੇ ਵਿਆਹ ਵਾਲੇ ਦਿਨ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲਈ ਸੋਹਣੀ ਪੁਸ਼ਾਕ ਤਿਆਰ ਕਰਵਾਈ ਮਾਤਾ ਜੀ ਨੇ। ਵਿਆਹ ਦਾ ਦਿਨ ਆਪ ਬੜੇ ਛੋਟੇ ਸਨ, ਬੱਚਿਆਂ ਦੇ ਨਾਲ ਖੇਡਦਿਆਂ ਖੇਡਦਿਆਂ ਘਰੋਂ ਬਾਹਰ ਗਏ ਹਨ। ਤੇ ਕੀ ਹੋਇਆ, ਬਾਹਰ ਇੱਕ ਗਰੀਬ ਬੱਚਾ ਜਿਨੇ ਕੋਈ ਕਿਸੇ ਤਰ੍ਹਾਂ ਦੇ ਕੱਪੜੇ ਸਰੀਰ ਤੇ ਨਹੀਂ ਪਹਿਨੇ ਸਨ, ਬਿਲਕੁਲ ਨੰਗਾ। ਤੇ ਆਪ ਜੀ ਨੇ ਉਸ ਬੱਚੇ ਨੂੰ ਪੁੱਛਿਆ, ਤੂੰ ਕੱਪੜੇ ਕਿਉਂ ਨਹੀਂ ਪਹਿਨੇ ਹਨ? ਉਹ ਬੱਚਾ ਕਹਿਣ ਲੱਗਾ, ਪਹਿਨਣ ਦੇ ਲਈ ਹੈ ਹੀ ਨਹੀਂ ਹਨ, ਮੈਂ ਕਿੱਥੋਂ ਪਹਿਨਾਂ। ਤੇ ਤੇਗ ਬਹਾਦਰ ਸਾਹਿਬ ਜੀ ਨੂੰ ਤਰਸ ਆਇਆ। ਉਹਨਾਂ ਨੇ ਆਪਣੇ ਸੋਹਣੇ ਵਿਆਹ ਵਾਲੇ ਦਿਨ ਵਾਲੇ ਕੱਪੜੇ ਉਤਾਰੇ ਤੇ ਉਸ ਬੱਚੇ ਨੂੰ ਬਖਸ਼ ਦਿੱਤੇ। ਜਦੋਂ ਘਰ 'ਚ ਵਾਪਸ ਆਏ, ਮਾਤਾ ਨਾਨਕੀ ਨੇ ਵੇਖਿਆ, ਮੈਂ ਹੁਣੇ ਕੁਝ ਸਮਾਂ ਪਹਿਲਾਂ ਤੇ ਤਿਆਰ ਕੀਤਾ, ਨਵੇਂ ਕੱਪੜੇ ਪਵਾਏ ਸਨ, ਤੇ ਹੁਣ ਇਹਨਾਂ ਦੇ ਗਲ ਕੱਪੜੇ ਹੀ ਕੋਈ ਨਹੀਂ ਹਨ। ਉਹ
ਤੇ ਪੁੱਛਿਆ, ਲਾਲ ਜੀ ਉਹ ਕੱਪੜੇ ਕਿੱਥੇ, ਸੋਹਣੀ ਪੁਸ਼ਾਕ ਕਿੱਥੇ ਹੈ ਜਿਹੜੀ ਤੁਹਾਨੂੰ ਪਹਿਨਾਈ ਸੀ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਮਾਂ ਬਾਹਰ ਇੱਕ ਗਰੀਬ ਬੱਚਾ ਮੈਂ ਵੇਖਿਆ ਜਿਹਦੇ ਕੋਲ ਤਨ ਢੱਕਣ ਦੇ ਲਈ ਕੱਪੜੇ ਕੋਈ ਨਹੀਂ ਸਨ। ਮੇਰੇ ਕੋਲੋਂ ਉਸ ਬੱਚੇ ਦਾ ਨਗੇਜ ਨਹੀਂ ਵੇਖਿਆ ਗਿਆ ਹੈ। ਮੈਂ ਆਪਣੇ ਕੱਪੜੇ ਉਤਾਰ ਕੇ ਉਸ ਬੱਚੇ ਨੂੰ ਬਖਸ਼ ਦਿੱਤੇ। ਮੇਰੇ ਕੋਲ ਤੇ ਪਹਿਨਣ ਦੇ ਲਈ ਹੋਰ ਬੜੀਆਂ ਪੁਸ਼ਾਕਾਂ ਹਨ, ਪਰ ਉਸ ਬੱਚੇ ਦੇ ਕੋਲ ਕੁਝ ਨਹੀਂ ਸੀ। ਇਹ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਿਰਦ, ਤੇ ਜਿਹੜੇ ਸਤਿਗੁਰੂ ਇੱਕ ਛੋਟੇ ਜਿਹੇ ਬੱਚੇ ਦਾ ਨਗੇਜ ਤੱਕ ਨਹੀਂ ਵੇਖ ਸਕਦੇ ਹਨ। ਜਿਸ ਵਕਤ ਹਿੰਦੁਸਤਾਨ ਦੀ ਅਣਖ, ਇੱਜ਼ਤ ਤੇ ਗੈਰਤ ਨੂੰ ਉਤਾਰਿਆ ਜਾ ਰਿਹਾ ਸੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਚੁੱਪ ਕਿੱਦਾਂ ਰਹਿ ਸਕਦੇ ਸਨ? ਇੱਥੇ ਵੀ ਬਾਂਹ ਫੜੀ, ਉੱਥੇ ਵੀ ਬਾਂਹ ਫੜੀ। ਇਹ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਰਉਪਕਾਰੀ ਸੁਭਾਅ, ਬਚਪਨ ਤੋਂ ਹੀ ਪਰਉਪਕਾਰੀ। ਹੁਣ ਇਤਿਹਾਸ ਕਹਿੰਦਾ ਪਹਿਲਾ ਨਾਮ ਸੀ ਤਿਆਗਮਲ। ਕਰਤਾਰਪੁਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਮੁਗਲ ਫੌਜਾਂ ਦੀ ਜੰਗ ਹੋਈ ਹੈ। 4 ਜੰਗਾਂ 6ਵੇਂ ਪਾਤਸ਼ਾਹ ਜੀ ਦੇ ਸਮੇਂ ਹੋਈਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸਬਰ ਦੀ ਇੰਤਹਾ ਸੀ ਤੇ ਹਕੂਮਤ ਦੇ ਜ਼ਬਰ ਦੀ ਵੀ ਇੰਤਹਾ ਸੀ। ਤੇ ਗੁਰੂ ਤੇਗ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਜਦੋਂ ਤੱਤੀ ਤਵੀ ਤੇ ਬੈਠੇ ਹਨ, ਜਦੋਂ ਉਬਲਦੀ ਦੇਗ 'ਚ ਬੈਠੇ ਹਨ, ਮਹਾਰਾਜ ਕਹਿਣ ਲੱਗੇ ਇਹ ਸਾਡੇ ਸਬਰ ਦੀ ਇੰਤਹਾ, ਤੁਹਾਡੇ ਜ਼ਬਰ ਦੀ ਇੰਤਹਾ ਹੈ। ਪਰ ਇੱਦਾਂ ਨਹੀਂ ਹੈ ਕਿ ਹਮੇਸ਼ਾ ਅਸੀਂ ਤੱਤੀਆਂ ਤਵੀਆਂ ਤੇ ਹੀ ਬਹਿੰਦੇ ਰਹੀਏ। ਮੇਰੀ ਸਦਾ ਕੋ ਦੁਬਾਨਾ ਮੁਨਕਨ ਹੈ, बदलते वक्त की रफ्तार कौन रोकेगा? मेरे ख्यालों के परवाज को रोकने वालों हरगोबिंद की तलवार कौन रोकेगा? महाराज कहते असीं वेखांगे हरगोबिंद की तलवार के सामने तुहाडे चों किहड़ा टिक पाउंदा है। कोई नहीं टिकिया। 4 जंगां 6वें पातशाह जी के समय होईयां। 4 जंगां दे विच मुगल फौजां हमलावर बन के आउंदियां रहियां। गुरु ने किसे ते हमला नहीं कीता है, ना गुरु किसे ते हमला करते हैं। वो हमलावर बन के आए। गुरु कीआं फौजां ने मैदाने जंग दे विच मुकाबला किया, जित्तां प्राप्त कीतियां। पहली जंग अमृतसर साहिब विखे होई सी, दूजी जंग हरगोबिंदपुरे विखे होई है, तीजी जंग मालवे दे इलाके दे विच महराज विखे होई सी, ते चौथी जंग करतारपुर विखे होई, जिहड़ा जलंधर दे नेड़े करतारपुर नगर है दुआबे च। ये जंग दे विच गुरु तेग बहादुर महाराज, जिन्हां दा पहला नाम त्यागमल है, करीबन 14 वरियां दी उन्हां दी उम्र सी। हथ दे विच तेग पकड़ के, शमशीर पकड़ के, ते तेग बहादुर साहब मैदाने जंग दे विच बड़ी बहादरी दे नाल लड़े हन, जिन्हां दा नाम त्यागमल सी। धन गुरु हरगोबिंद साहब जी ने इन्हां दी बहादरी नूं, सूरबीरता नूं, चलाउंदी होई तेग नूं वेखिया है। जंग जित्तिया गया। जंग जितण तो बाद जदों गुरु हरगोबिंद साहब सिखां सेवकां नूं उन्हां दी बहादरी दे बदले माण ते सन्मान दे के नवाजदे हन, ते तेग बहादुर महाराज नूं भी कोल बुला के ते मीरी पीरी दे मालक गुरु हरगोबिंद साहब कहण लगे, तुसी मैदाने जंग अंदर खूब तेग वहाई है, बड़ी तेग चलाई है। असल दे विच लाल जी तुहाडा नाम त्यागमल नहीं होना चाहिए, तुसी ते तेग दे धनी हो, तुहाडा नाम ते तेग बहादुर होना चाहिए है। फिर इतिहास कहंदा उस दिन तो बाद आप जी का नाम तेग बहादुर प्रचलित हो गया, जिन्हां नूं आपां अदब दे नाल धन गुरु तेग बहादुर महाराज 9वें पातशाह जी कह के चेते करते हैं। गुरु हरगोबिंद साहब सच्चे पातशाह जी कीरतपुर साहब नगर विखे अपने पोतरे श्री हर राय जी नूं गुरगद्दी दी दात बख्श ते उन्हां नूं गुरु हर राय साहब बनाउंदे हन।
ਮਾਤਾ ਨਾਨਕੀ ਨੇ ਇੱਕ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੋ ਤੁਧ ਭਾਵੈ ਸਾਈ ਭਲੀ ਕਾਰ। ਆਪ ਜੀ ਨੇ ਗੁਰੂ ਨਾਨਕ ਦੀ ਜੋਤ ਬਖਸ਼ ਕੇ ਸ਼੍ਰੀ ਹਰਿ ਰਾਏ ਨੂੰ ਨਿਵਾਜਿਆ ਹੈ, ਸਾਡਾ ਪੋਤਰਾ ਹੈ। ਇਹ ਤਾਂ ਦੱਸੋ ਕਿ ਠੀਕ ਹੈ ਬਾਕੀਆਂ ਦੇ ਜੀਵਨ ਦੀਆਂ ਤੇ ਮੈਂ ਜਾਣਦੀ ਹਾਂ ਖਮੀਆਂ ਘਾਟਾਂ ਮੌਜੂਦ ਹਨ, ਪਰ ਤੇਗ ਬਹਾਦਰ ਦੇ ਜੀਵਨ ਦੇ ਵਿੱਚ ਤੇ ਕੋਈ ਘਾਟ ਨਹੀਂ ਹੈ। ਭਜਨ ਬੰਦਗੀ ਦੇ ਵਿੱਚ ਜੁੜੇ ਰਹਿਣ ਵਾਲੇ ਹਨ, ਹਰ ਵਕਤ ਸੁਰਤ ਪਰਮੇਸ਼ਰ ਦੀ ਇਬਾਦਤ 'ਚ ਭਿੱਜੀ ਰਹਿੰਦੀ ਹੈ, ਸੱਚ ਦੇ ਧਾਰਨੀ ਹਨ। ਫਿਰ ਉਹਨਾਂ ਨੂੰ ਗੁਰਗੱਦੀ ਦੀ ਦਾਤ ਕਿਉਂ ਨਹੀਂ ਦਿੱਤੀ ਗਈ ਹੈ? ਉਹਨਾਂ ਨੂੰ ਛੱਡ ਕੇ ਤੇ ਸ਼੍ਰੀ ਹਰਿ ਰਾਏ ਨੂੰ ਗੱਦੀ ਕਿਉਂ ਦਿੱਤੀ ਗਈ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਦਾਤ ਇਹਨਾਂ ਨੂੰ ਵੀ ਮਿਲੇਗੀ, ਪਰ ਅਜੇ ਵਕਤ ਨਹੀਂ ਹੈ। ਜਦੋਂ ਵਕਤ ਆਇਆ ਉਦੋਂ ਆਪਣੇ ਆਪ ਇਹ ਦਾਤ, ਇਹ ਵਡਿਆਈ ਤੇਗ ਬਹਾਦਰ ਜੀ ਦੀ ਝੋਲੀ ਦੇ ਵਿੱਚ ਵੀ ਪਵੇਗੀ। ਤੁਸੀਂ ਸਬਰ ਸੰਤੋਖ ਰੱਖੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਨਾਨਕੀ ਜੀ, ਉਹਨਾਂ ਨੇ ਨਿਵਾਸ ਕੀਤਾ ਹੈ ਬਾਬਾ ਬਕਾਲਾ ਨਗਰ ਵਿਖੇ। ਉਦੋਂ ਇਸ ਨਗਰ ਦਾ ਨਾਮ ਕੇਵਲ ਬਕਾਲਾ ਸੀ। ਬਾਅਦ 'ਚ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪ੍ਰਗਟ ਹੋਏ, ਗੁਰਗੱਦੀ ਦੇ ਤਖਤ ਸੁਭਾਏਮਾਨ ਹੋਏ, ਉਦੋਂ ਬਾਅਦ ਫਿਰ ਇਸ ਨਗਰ ਦਾ ਨਾਮ ਬਾਬਾ ਬਕਾਲਾ ਕਰਕੇ ਪ੍ਰਚਲਿਤ ਹੋਇਆ ਹੈ। ਖੈਰ, ਗੁਰੂ ਹਰਿ ਰਾਏ ਸਾਹਿਬ ਗੁਰਗੱਦੀ ਦੇ ਤਖਤ ਤੇ ਬਿਰਾਜੇ। ਗੁਰੂ ਨਾਨਕ ਜੀ ਦੇ ਘਰ ਦੀਆਂ ਜ਼ਿੰਮੇਵਾਰੀਆਂ ਬਖੂਬੀ ਉਹਨਾਂ ਨੇ ਨਿਭਾਈਆਂ। ਉਹਨਾਂ ਤੋਂ ਬਾਅਦ ਗੁਰੂ ਹਰਿ ਰਾਏ ਸਾਹਿਬ ਦੀ ਉਮਰ ਸੀ ਕੇਵਲ 31 ਸਾਲ। 31 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਰੀਰ ਰੂਪੀ ਚੋਲਾ ਛੱਡ ਦਿੱਤਾ। ਗੁਰਗੱਦੀ ਦੀ ਦਾਤ ਉਹਨਾਂ ਨੇ ਬਖਸ਼ੀ ਆਪਣੇ ਛੋਟੇ ਸਪੁੱਤਰ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ, ਜਿਹੜੇ ਗੁਰਗੱਦੀ ਦੇ ਤਖਤ ਤੇ ਬਿਰਾਜੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਣੇ, ਜਿਨ੍ਹਾਂ ਨੂੰ ਆਪਾਂ ਰੋਜ਼ ਅਦਬ ਸਹਿਤ ਚੇਤੇ ਕਰਦੇ ਹਾਂ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਗੁਰੂ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੁੱਲ ਕੇਵਲ 9 ਵਰ੍ਹਿਆਂ ਦੀ ਉਮਰ ਸਰੀਰਕ ਉਮਰ ਭੋਗੀ ਹੈ। ਇਹ ਵੇਖੋ, ਸਰੀਰਕ ਉਮਰਾਂ ਦੀ ਗੱਲ ਹੈ। ਅਸਲ ਦੇ ਵਿੱਚ ਜੇ ਆਪਾਂ ਗੁਰੂ ਦੀ ਗੱਲ ਕਰਦੇ ਹਾਂ ਤੇ ਫਿਰ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਿਕ੍ਰਿਸ਼ਨ, ਗੁਰੂ ਹਰਿ ਰਾਏ, ਗੁਰੂ ਅਰਜਨ, ਗੁਰੂ ਹਰਗੋਬਿੰਦ ਸਾਹਿਬ ਸਾਡੇ 'ਚ ਹਾਜ਼ਰ ਨਾਜ਼ਰ ਹਨ। ਤੇ ਸਾਡੇ ਵੀ ਮਨ 'ਚ ਭਰੋਸਾ ਹੋਣਾ ਚਾਹੀਦਾ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਖੈਰ, ਕਰੀਬਨ ਸਰੀਰਕ 9 ਵਰ੍ਹਿਆਂ ਦੀ ਉਮਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਭੋਗੀ। ਦਿੱਲੀ ਦੇ ਲੋਕਾਂ ਦੇ ਦੁੱਖ ਕੱਟਦਿਆਂ ਹੋਇਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰ ਰੂਪੀ ਚੋਲਾ ਛੱਡਦੇ ਹਨ। ਤੇ ਸਰੀਰ ਰੂਪੀ ਚੋਲਾ ਛੱਡਣ ਤੋਂ ਪਹਿਲਾਂ ਜਦੋਂ ਸਿੱਖਾਂ ਨੇ ਇੱਕ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਹਦੇ ਹਵਾਲੇ ਕਰਕੇ ਚੱਲੇ ਹੋ? ਸੰਗਤ ਦੀ ਅਗਵਾਈ ਕਿਹਨੂੰ ਸੌਂਪ ਕੇ ਚੱਲੇ ਹੋ? ਤੇ ਗੁਰੂ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੰਨੇ ਬਚਨ ਕਹੇ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਕਿ ਗੁਰੂ ਬਕਾਲੇ ਨਗਰ ਵਿਖੇ ਹੈ, ਜਿਨ੍ਹਾਂ ਨੇ ਸੰਗਤ ਨੂੰ ਸੰਭਾਲਣਾ, ਸੰਗਤ ਦੀ ਅਗਵਾਈ ਕਰਨੀ ਹੈ। ਇੰਨੇ ਬਚਨ ਉਹਨਾਂ ਨੇ ਕਹੇ। ਆਪ ਸਰੀਰ ਰੂਪੀ ਚੋਲਾ ਛੱਡ ਦਿੱਤਾ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਦੋਂ ਬਾਅਦ ਜੋ ਅਖੀਰਲੇ ਸਮੇਂ ਦੇ ਉੱਥੇ ਦੇ ਕਿਰਿਆ ਕਰਮ ਸਨ ਉਹ ਤਾਂ ਨਿਭਾਏ ਗਏ, ਪਰ ਇੱਧਰ ਖਬਰ ਫੈਲ ਗਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੋਈ ਉਚੇਚਾ ਨਾਮ ਨਹੀਂ ਲਿਆ ਹੈ ਕਿ ਗੁਰੂ ਕੌਣ ਹੈ। ਤੇ ਬਕਾਲੇ ਵਿਖੇ ਵੱਖ-ਵੱਖ ਡੰਬੀ ਪਖੰਡੀ, ਜਿਨ੍ਹਾਂ ਦੇ ਅੰਦਰ ਲਾਲਚ ਸੀ ਕਿ ਮੈਂ ਗੁਰੂ ਬਣਾ। ਇਹ ਵੇਖੋ ਪਹਿਲਾਂ ਤੋਂ ਹੁੰਦਾ ਆਇਆ ਹੈ, ਕੇਵਲ ਅੱਜ ਹੀ ਨਹੀਂ ਹੈ ਕਿ ਵੱਖਰੇ ਵੱਖਰੇ ਡੰਬੀ ਪਖੰਡੀ ਆਪਣੀਆਂ ਗੱਦੀਆਂ ਲਾ ਕੇ ਬੈਠੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਬਚਨ ਹੈ, ਜਿੱਥੇ ਮਹਾਰਾਜ ਕਹਿੰਦੇ ਇੱਕ ਤੇ ਹੈ ਪੂਰਾ ਗੁਰੂ, ਤੇ ਪੂਰੇ ਗੁਰੂ ਦੇ ਪੂਰੇ ਬਚਨ
ਤੇ ਗੁਰੂ ਦੀ ਸਦੀਵ ਕਾਲ ਦੇ ਲਈ ਵਡਿਆਈ, ਜਿਵੇਂ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜੁਗੋ ਜੁਗ ਅਟਲ ਅਟਲ ਵਡਿਆਈ ਹੈ। ਇੱਕ ਹੈ ਵਕਤੀ ਤੌਰ ਤੇ ਕਿਸੇ ਡੰਬੀ ਪਖੰਡੀ ਵੱਲੋਂ ਆਪਣਾ ਪਖੰਡ ਰਚਣਾ, ਉਹ ਕੇਵਲ ਕੁਝ ਸਮੇਂ ਦੀ ਖੇਡ ਹੁੰਦੀ ਹੈ, ਸਦੀਵੀ ਨਹੀਂ ਹੈ। ਮਹਾਰਾਜ ਦਾ ਬਾਣੀ ਦਾ ਬਚਨ ਹੈ, ਸਤਿਗੁਰੂ ਕਹਿੰਦੇ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਸੇ ਕੁੜਿਆਰ ਕੂੜੀ ਝੜ ਪੜੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਰੀਸੇ ਬੜੇ ਕੱਚੇ ਪੀਲੇ ਬੋਲਦੇ ਹਨ, ਉੱਠਦੇ ਹਨ, ਪਰ ਉਹ ਕੁੜਿਆਰ ਆਪਣੇ ਕੂੜ ਕਰਕੇ ਹੀ ਮੁੱਕ ਜਾਂਦੇ ਹਨ, ਕਿਉਂਕਿ ਕੂੜ ਨਿਖੁੱਟਿਆ ਨਾਨਕਾ ਓੜਕ ਸੱਚ ਰਹੀ। ਰਹਿੰਦਾ ਹਮੇਸ਼ਾ ਸੱਚ ਹੈ, ਝੂਠ ਅੱਜ ਵੀ ਖਤਮ ਤੇ ਕੱਲ ਵੀ ਖਤਮ, ਝੂਠ ਕੋਈ ਟਿਕਾਊ ਨਹੀਂ ਹੁੰਦਾ ਹੈ। ਹੁਣ ਇੱਥੇ ਬਕਾਲੇ ਕੀ ਹੋਇਆ, 22 ਵੱਖਰੇ ਵੱਖਰੇ ਡੰਬੀਆਂ ਪਖੰਡੀਆਂ ਨੇ ਆਪਣੀਆਂ ਆਪਣੀਆਂ ਮੰਜੀਆਂ ਲਾ ਲਈਆਂ। ਐਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਰੂ ਕੇ ਦਰਬਾਰ ਦੀ ਸ਼ਾਨੋ ਸ਼ੌਕਤ, ਉਸੇ ਤਰ੍ਹਾਂ ਦਾ ਅਡੰਬਰ ਪਖੰਡ ਉਹਨਾਂ ਨੇ ਬਣਾ ਲਿਆ ਕਿ ਜਦੋਂ ਸਿੱਖ ਸੰਗਤਾਂ ਆਉਣਗੀਆਂ ਇੱਦਾਂ ਲੱਗੇਗਾ ਕਿ ਇਹੀ ਗੁਰੂ ਦਾ ਦਰਬਾਰ ਹੈ। ਸੰਗਤ ਬੜੀ ਆਉਂਦੀ ਹੈ, ਪਰ ਭਰਮਾਂ ਭੁਲੇਖਿਆਂ ਕਰਕੇ ਸੇਵਕ ਨਿਰਾਸ਼ ਹੋ ਕੇ ਚਲੇ ਜਾਂਦੇ ਹਨ ਕਿ ਸੱਚਾ ਗੁਰੂ ਕਿਹੜਾ ਹੈ। ਇੰਨਿਆਂ ਦੇ ਵਿੱਚੋਂ ਕਿਹਦੀ ਪਛਾਣ ਕਰੀਏ, ਪੂਰਾ ਗੁਰੂ ਕਿਹੜਾ, ਅਧੂਰਾ ਕਿਹੜਾ ਹੈ। ਉਹਨਾਂ ਸਮਿਆਂ ਦੇ ਵਿੱਚ ਉਹ ਘਟਨਾ ਵਰਤੀ। ਭਾਈ ਮੱਖਣ ਸ਼ਾਹ, ਜਿਨ੍ਹਾਂ ਦਾ ਬੇੜਾ ਭਵਜਲ ਸਾਗਰ ਦੇ ਵਿੱਚ ਅਟਕ ਗਿਆ, ਆਪਣੇ ਵੱਲੋਂ ਬੜਾ ਜ਼ੋਰ ਲਗਾਇਆ ਪਰ ਗੱਲ ਨਾ ਬਣੀ। ਫਿਰ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ ਕਿ ਮੇਰੇ ਦਾਤਾ ਜੀ ਆਪਣੇ ਸੇਵਕ ਦੇ ਕਾਰਜਾਂ ਦੇ ਵਿੱਚ ਸਹਾਈ ਹੋਵੋ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਮੇਰੇ ਦਾਤਾ ਜੀ ਆਪਣੇ ਸੇਵਕ ਦੀ ਬਾਹ ਫੜੋ। ਤੇ ਵੇਖੋ ਗੁਰੂ ਦਾ ਇੱਕ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਚਨ ਹਨ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠ ਧਾਵੈ। ਜਿੱਥੇ ਜਿੱਥੇ ਵੀ ਕੋਈ ਸਿੱਖ ਦਾ ਕੋਈ ਸੇਵਕ ਦਾ ਕਾਰਜ ਹੋਵੇ, ਗੁਰੂ ਆਪ ਸਹਾਈ ਹੁੰਦੇ ਨੇ। ਬਸ ਸਾਡੇ ਮਨ ਅੰਦਰ ਭਰੋਸਾ ਹੋਣਾ ਚਾਹੀਦਾ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੇ ਸੱਚੇ ਜਨ ਸੱਚੇ ਸੇਵਕ ਬਣ ਜਾਈਏ, ਅਰਦਾਸ ਗੁਰੂ ਦੇ ਚਰਨਾਂ 'ਚ ਕਰੀਏ ਤੇ ਗੁਰੂ ਹਾਜ਼ਰ ਨਾਜ਼ਰ ਹੋ ਕੇ ਅਰਦਾਸ ਸੁਣਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਵੈਸੇ ਵੀ ਬਿਰਧ ਹੈ, ਸੁਭਾਅ ਹੈ, ਸਭ ਥਾਈਂ ਹੋਏ ਸਹਾਈ। ਭਾਈ ਸਾਹਿਬ ਜੀ ਨੇ ਅਰਦਾਸ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਹਾਈ ਹੋਏ, ਗੁਰੂ ਕੇ ਸਿੱਖ ਦਾ ਬੇੜਾ ਪਾਰ ਲੱਗਿਆ। ਹੁਣ ਉਹ ਸਿੱਖ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜੀਆਂ 500 ਮੋਹਰਾਂ ਦੀ ਅਰਦਾਸ ਕੀਤੀ ਸੀ, ਭੇਟ ਕਰਨ ਦੇ ਲਈ ਬਕਾਲੇ ਨਗਰ ਵਿਖੇ ਪਹੁੰਚ ਗਿਆ। ਜਦੋਂ ਭਾਈ ਮੱਖਣ ਸ਼ਾਹ ਬਕਾਲੇ ਪਹੁੰਚੇ ਹਨ ਤੇ ਬੜੇ ਅਮੀਰ ਸਨ, ਧਨੀ ਸਨ, ਇਹਨਾਂ ਦੇ ਆਉਣ ਦਾ ਪਤਾ ਸਾਰਿਆਂ ਨੂੰ ਲੱਗ ਗਿਆ ਕਿ ਬੜਾ ਅਮੀਰ ਕੋਈ ਧਨੀ ਸਿੱਖ ਆਇਆ ਹੈ, ਮਾਇਆ ਬੜੀ ਆ ਉਹਦੇ ਕੋਲ ਤੇ ਉਹਨੇ ਬੜੀ ਮਾਇਆ ਭੇਟ ਕਰਨੀ ਹੈ। ਤੇ ਜਿਹੜੇ ਗੱਦੀਆਂ ਹੀ ਮਾਇਆ ਦੀ ਖਾਤਰ ਲਾ ਕੇ ਬੈਠੇ ਸਨ, ਉਹਨਾਂ ਨੇ ਆਪਣੇ ਆਪਣੇ ਬੰਦੇ ਭਾਈ ਮੱਖਣ ਸ਼ਾਹ ਕੋਲ ਭੇਜ ਦਿੱਤੇ ਕਿ ਜਾਓ ਜਾ ਕੇ ਕਹੋ ਕਿ ਅਸੀਂ ਅਸਲੀ ਗੁਰੂ ਹਾਂ, ਸਾਡੇ ਕੋਲ ਉਹਨਾਂ ਨੂੰ ਲੈ ਕੇ ਆਓ। ਭਾਈ ਮੱਖਣ ਸ਼ਾਹ ਨੇ ਵੇਖਿਆ ਕਿ ਇੱਥੇ ਤੇ ਕਿੰਨੇ ਗੱਦੀਆਂ ਲਾ ਕੇ ਬੈਠੇ ਹਨ, ਪੂਰਾ ਗੁਰੂ ਕਿਹੜਾ ਹੋਵੇਗਾ ਇਹ ਤੇ ਪਤਾ ਕੋਈ ਨਹੀਂ ਲੱਗਣਾ ਹੈ। ਉਹਨਾਂ ਨੇ ਫਿਰ ਮਨ 'ਚ ਅਰਦਾਸ ਕੀਤੀ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਮੈਂ ਨਹੀਂ ਜਾਣਦਾ ਕਿ ਆਪ ਕਿੱਥੇ ਹੋ, ਪਰ ਆ 500 ਮੋਹਰਾਂ ਤੁਹਾਡੀ ਅਮਾਨਤ ਹਨ। ਮੈਂ ਚਾਹੁੰਦਾ ਹਾਂ ਗੁਰੂ ਨਾਨਕ ਦੇ ਘਰ ਦੀ ਅਮਾਨਤ ਕੇਵਲ ਗੁਰੂ ਕੋਲ ਪਹੁੰਚੇ, ਕਿਸੇ ਦੂਜੇ ਡੰਬੀ ਪਖੰਡੀ ਦੇ ਕੋਲ ਨਹੀਂ। ਤੇ ਮਹਾਰਾਜ ਜਿੱਥੇ ਤੁਸੀਂ ਬੈਠੇ ਹੋ ਆਪਣੀ ਅਮਾਨਤ ਆਪ ਮੰਗ ਕੇ ਲੈ ਲਿਓ, ਇਦੋਂ ਜ਼ਿਆਦਾ ਹੋਰ ਮੇਰੇ ਕੋਲ ਕੋਈ ਅਕਲ ਨਹੀਂ ਜੀ। ਉਹ ਫਿਰ ਕੀ ਹੋਇਆ, ਭਾਈ ਮੱਖਣ ਸ਼ਾਹ ਨੇ 2-2 ਮੋਹਰਾਂ ਰੱਖ ਕੇ ਸਾਰਿਆਂ ਦੇ ਦਰਬਾਰ ਦੇ ਵਿੱਚ ਗਏ ਤੇ ਨਮਸਕਾਰਾਂ ਕੀਤੀਆਂ।
22 ਦੇ 22 ਡੰਬੀਆਂ ਪਖੰਡੀਆਂ ਦੇ ਕੋਲ ਭਾਈ ਮੱਖਣ ਸ਼ਾਹ ਗਏ, ਪਰ ਹਰ ਜਗ੍ਹਾ ਤੇ ਜਾ ਕੇ ਉਹ ਫੀਲਿੰਗ ਨਹੀਂ ਆਈ, ਉਹ ਅਹਿਸਾਸ ਨਹੀਂ ਆਇਆ, ਉਹ ਰਸ ਨਹੀਂ ਆਇਆ ਜਿਹੜਾ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਆਉਂਦਾ ਹੈ। ਅਖੀਰ ਨਿਰਾਸ਼ ਹੋਏ ਆਪਣੇ ਡੇਰੇ 'ਚ ਵਾਪਸ ਪਰਤ ਗਏ ਕਿ ਜੇ ਇਹਨਾਂ 'ਚੋਂ ਕੋਈ ਪੂਰਾ ਗੁਰੂ ਹੁੰਦਾ ਤੇ ਗੁਰੂ ਨੇ ਜ਼ਰੂਰ ਆਪਣੀ ਅਮਾਨਤ ਮੰਗ ਲੈਣੀ ਸੀ। ਜਿਹੜਾ ਗੁਰੂ ਉਹ ਕਿੰਨੀ ਦੂਰ ਮੇਰੀ ਅਰਦਾਸ ਸੁਣ ਕੇ ਸਹਾਈ ਹੋਇਆ ਸੀ, ਉਹ ਗੁਰੂ ਨੇ ਇੱਥੇ ਵੀ ਮੇਰੀ ਜ਼ਰੂਰ ਸੁਣਨੀ ਸੀ। ਅਖੀਰ ਜਦੋਂ 22 ਦੇ 22 ਡੰਬੀਆਂ ਦੇ ਕੋਲ ਜਾ ਕੇ ਵੀ ਮੱਖਣ ਸ਼ਾਹ ਜੀ ਦੀ ਤਸੱਲੀ ਨਾ ਹੋਈ, ਫਿਰ ਉਹਨਾਂ ਨੇ ਕਿਸੇ ਤੋਂ ਪੁੱਛਿਆ ਕੋਈ ਹੋਰ ਵੀ ਹੈ ਕਿ ਨਹੀਂ ਹੈ, ਤੇ ਦੱਸਣ ਵਾਲੇ ਨੇ ਕਿਹਾ ਇੱਕ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਮਸਤਾਨਾ ਜਿਹਾ ਪੁੱਤ ਜਿਹੜਾ ਭੋਰੇ 'ਚ ਹੀ ਬਹੁਤਾ ਸਮਾਂ ਰਹਿੰਦਾ ਹੈ, ਬਾਹਰ ਘੱਟ ਨਿਕਲਦਾ ਹੈ। ਭਾਈ ਮੱਖਣ ਸ਼ਾਹ ਉੱਥੇ ਪਹੁੰਚ ਗਏ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੁਭਾਏਮਾਨ ਸਨ। ਬਾਕੀਆਂ ਦੀ ਤਰ੍ਹਾਂ 2 ਮੋਹਰਾਂ ਜਦੋਂ ਇੱਥੇ ਭੇਟ ਕੀਤੀਆਂ, ਸਿਜਦਾ ਕੀਤਾ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਮੱਖਣ ਸ਼ਾਹ ਜਿਹੜੀ ਗੁਰੂ ਘਰ ਦੀ ਪੂਰੀ ਅਮਾਨਤ ਬਣਦੀ ਹੈ ਉਹ ਰੱਖ, ਕੇਵਲ 2 ਨਾ ਰੱਖ। ਹੁਣ ਵੇਖੋ ਗੱਲ ਮਾਇਆ ਦੀ ਨਹੀਂ ਸੀ, ਗੁਰੂ ਮਹਾਰਾਜ ਨੂੰ ਪੈਸੇ ਦੀ ਕੋਈ ਭੁੱਖ ਨਹੀਂ, ਗੱਲ ਸੀ ਸਿੱਖ ਦੀ ਭਾਵਨਾ ਨੂੰ ਪੂਰੀਆਂ ਕਰਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਦੋਂ ਇਹ ਬੋਲ ਕਹੇ ਕਿ 500 ਲਿਆਇਆ ਤੇ 2 ਕਿਉਂ ਰੱਖ ਰਿਹਾ ਹੈ, ਤੇ ਇਹ ਬੋਲ ਸੁਣ ਕੇ ਭਾਈ ਮੱਖਣ ਸ਼ਾਹ ਦੀ ਰੂਹ ਖਿੜ ਗਈ, ਚਿਹਰਾ ਖਿੜ ਗਿਆ, ਮਨ ਗਦ-ਗਦ ਹੋ ਉੱਠਿਆ। ਉਹਨਾਂ ਨੇ ਫਿਰ ਕੋਠੇ ਤੇ ਚੜ੍ਹ ਕੇ ਰੌਲਾ ਪਾਇਆ, ਉਹ ਗੁਰੂ ਕੀ ਭੋਲੀਏ ਸੰਗਤੇ, ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਹੈ, ਗੁਰ ਲਾ ਦੋ ਰੇ, ਪੂਰਾ ਗੁਰੂ ਲੱਭ ਗਿਆ ਹੈ। ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜੋ ਤੇ ਡੰਬੀਆਂ ਪਖੰਡੀਆਂ ਨੂੰ ਛੱਡ ਦਵੋ। ਤੇ ਭਾਈ ਗੁਰਦਾਸ ਸਾਹਿਬ ਇੱਕ ਬਚਨ ਕਰਦੇ ਨੇ, ਹਾਲਾਂਕਿ ਉਹ ਬਚਨ ਉਹਨਾਂ ਦਾ ਗੁਰੂ ਨਾਨਕ ਜੀ ਦੇ ਪਰਥਾਏ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਭਾਈ ਸਾਹਿਬ ਕਹਿੰਦੇ ਜਦੋਂ ਸੂਰਜ ਚੜ੍ਹਦਾ ਹੈ ਤੇ ਤਾਰੇ ਆਪਣੇ ਆਪ ਅਲੋਪ, ਹਨੇਰਾ ਅਲੋਪ ਹੋ ਜਾਂਦਾ ਹੈ। ਅੱਗੇ ਉਹਨਾਂ ਦੇ ਬਚਨ ਹਨ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਕਿ ਜਦੋਂ ਸ਼ੇਰ ਗਰਜਦਾ ਹੈ ਤੇ ਹਿਰਨਾਂ ਦੀਆਂ ਡਾਰਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪ੍ਰਗਟ ਹੋ ਗਏ, ਸੱਚ ਪ੍ਰਗਟ ਹੋ ਗਿਆ, ਤੇ ਜਿਹੜੇ ਡੰਬੀ ਪਖੰਡੀ ਆਪਣੀਆਂ ਗੱਦੀਆਂ ਲਗਾ ਕੇ ਬੈਠੇ ਸਨ ਉਹਨਾਂ ਨੂੰ ਭਾਜੜਾਂ ਪੈ ਗਈਆਂ ਕਿ ਸਾਡੀ ਦਾਲ ਹੁਣ ਇੱਥੇ ਗਲਣ ਵਾਲੀ ਨਹੀਂ ਹੈ, ਕਿਉਂਕਿ ਪੂਰਾ ਗੁਰੂ ਪ੍ਰਗਟ ਹੋ ਗਿਆ ਹੈ। ਉਹ ਸਹਿਜੇ ਸਹਿਜੇ ਸਾਰੇ ਡੰਬੀਆਂ ਪਖੰਡੀਆਂ ਨੇ ਆਪਣੇ ਡੇਰੇ ਚੁੱਕ ਲਏ, ਪਰ ਇੱਕ ਸੀ ਧੀਰਮਲ, ਇਹ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਭਰਾ ਹੈ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ। ਇਹ ਬੜਾ ਈਰਖਾਲੂ ਤੇ ਲਾਲਚੀ ਸੁਭਾਅ ਵਾਲਾ ਸੀ। ਇਹ ਅੜੀ ਕਰਕੇ ਬੈਠਾ ਰਿਹਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਹਨੇ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ। ਇਹਨੇ ਸੋਚਿਆ ਕਿ ਅਜੇ ਤੇ ਗੁਰੂ ਤੇਗ ਬਹਾਦਰ ਪ੍ਰਗਟ ਹੀ ਹੋਏ ਹਨ, ਬਕਾਲੇ ਤੋਂ ਬਿਨਾਂ ਬਾਹਰ ਦੀਆਂ ਸਿੱਖ ਸੰਗਤਾਂ ਨੂੰ ਇਹਨਾਂ ਬਾਰੇ ਪਤਾ ਕੋਈ ਨਹੀਂ ਹੈ। ਜੇ ਮੈਂ ਇਹਨਾਂ ਨੂੰ ਹੁਣੇ ਖਤਮ ਕਰਵਾ ਦੇਵਾਂ ਤੇ ਫਿਰ ਮੇਰੀਆਂ ਵਡਿਆਈਆਂ ਪੱਕੀਆਂ ਨੇ, ਕਿਉਂਕਿ ਬਾਕੀ ਤਾਂ ਸਾਰੇ ਜਾ ਚੁੱਕੇ ਹਨ, ਹੁਣ ਕੇਵਲ ਬਕਾਲੇ ਵਿਖੇ ਮੈਂ ਹੀ ਮੈਂ ਹਾਂ। ਉੱਥੇ ਫਿਰ ਇਸ ਧੀਰ ਮਲ ਨੇ ਈਰਖਾ ਦੀ ਇੰਤਹਾ ਕੀਤੀ। ਰਿਸ਼ਤੇ 'ਚ ਗੁਰੂ ਤੇਗ ਬਹਾਦਰ ਮਹਾਰਾਜ ਇਹਦੇ ਚਾਚਾ ਜੀ ਲੱਗਦੇ ਹਨ। ਇਹਨੇ ਈਰਖਾ ਦੀ ਇੰਤਹਾ ਕਰਦਿਆਂ ਤੇ ਆਪਣੇ ਇੱਕ ਮਸੰਦ ਸ਼ੀਹੇ ਦੇ ਰਾਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਗੋਲੀ ਚਲਵਾ ਦਿੱਤੀ ਕਿ ਗੋਲੀ ਮਾਰ ਕੇ ਖਤਮ ਕਰ ਦਿੰਦਾ ਹਾਂ ਮੈਂ। ਗੱਲ ਵੱਖਰੀ ਹੈ ਕਿ ਗੋਲੀ ਗੁਰੂ ਮਹਾਰਾਜ ਦੇ ਮੋਢੇ ਨੂੰ ਛੂੰਹਦਿਆਂ ਹੋਇਆਂ ਤੇ ਲੰਘ ਗਈ, ਇਹਦਾ ਵਾਰ ਸਫਲ ਨਾ ਹੋਇਆ। ਭਾਈ ਮੱਖਣ ਸ਼ਾਹ ਨੇ ਸ਼ੀਹੇ ਮਸੰਦ ਨੂੰ ਤੇ ਧੀਰਮਲ ਨੂੰ ਇਹਨਾਂ ਦੀ ਕਰਨੀ ਦੀ ਸਜ਼ਾ ਦਿੱਤੀ। ਹਾਲਾਂਕਿ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਅਸੀਂ ਕਿਸੇ ਦੇ ਨਾਲ ਝਗੜਾ ਬਖੇੜਾ ਨਹੀਂ ਕਰਨਾ, ਜਿਹੜਾ ਕਰੇਗਾ ਸੋ ਭਰੇਗਾ। ਅਸੀਂ ਗੁਰੂ ਨਾਨਕ ਜੀ ਦੇ ਘਰ ਦੀ ਜਿਹੜੀ ਸੱਚ ਦੀ ਵਿਚਾਰਧਾਰਾ ਹੈ ਉਹਦੇ ਆਧਾਰ ਤੇ ਚੱਲਣਾ ਹੈ।
ਇਦਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਬਕਾਲੇ ਦੀ ਧਰਤੀ ਤੇ ਪ੍ਰਗਟ ਹੋਏ। ਬਕਾਲਾ ਬਾਬਾ ਬਕਾਲਾ ਬਣ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਜੀ ਦੇ ਘਰ ਦੀਆਂ ਜ਼ਿੰਮੇਵਾਰੀਆਂ ਤੇ ਸੇਵਾਵਾਂ ਨੂੰ ਅੱਗੇ ਨਿਭਾਉਣਾ ਆਰੰਭ ਕਰਦੇ ਹਨ। ਇਹ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦਾ ਉਹ ਪਹਿਲਾ ਪੜਾਅ, ਜਨਮ ਤੋਂ ਲੈ ਕੇ ਗੁਰੂ ਬਣਨ ਤੱਕ ਦਾ। ਇਦੋਂ ਬਾਅਦ ਹੁਣ ਅਗਲੇ ਦੀਵਾਨ 'ਚ ਆਪਾਂ ਗੁਰੂ ਬਣ ਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਵੇਂ ਸਿੱਖ ਸੰਗਤ ਦੀ ਅਗਵਾਈ ਕੀਤੀ, ਜਿਵੇਂ ਉਤਰਾ ਚੜ੍ਹਾ ਆਏ, ਉਹ ਵਿਚਾਰ। ਉਦੋਂ ਬਾਅਦ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੀ ਵਿਚਾਰ, ਉਹਨਾਂ ਦੀ ਬਾਣੀ ਉਪਦੇਸ਼ ਦੀ ਵਿਚਾਰ ਦੀ ਸਾਂਝ ਪਾਵਾਂਗੇ। ਸੋ ਆਪ ਜੀ ਨੇ ਵੱਧ ਚੜ੍ਹ ਕੇ ਇਸੇ ਤਰ੍ਹਾਂ ਗੁਰੂ ਕੇ